ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਸੋ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ ਈਟੀਟੀ ਪੇਪਰ 2 ਦੇ ਵਿੱਚ ਕਿੰਨੇ ਸਬਜੈਕਟਸ ਨੇ ਐਂਡ ਉਹਨਾਂ ਦੇ ਕਿਹੜੇ ਟੌਪਿਕਸ ਨੇ, ਉਹਨਾਂ ਨੂੰ ਕਿਵੇਂ ਤਿਆਰ ਕੀਤਾ ਜਾਵੇ ਉਹਨਾਂ ਬਾਰੇ ਗੱਲ ਕਰਾਂਗੇ। ਐਂਡ ਪੇਪਰ ਦੇ ਵਿੱਚ ਜੋ ਨੈਗੇਟਿਵ ਮਾਰਕਿੰਗ ਹੈ, ਕੱਟ ਆਫ ਹੈ, ਉਸ ਦੇ ਬਾਰੇ ਗੱਲ ਕਰਾਂਗੇ। ਕਿੰਨੇ ਮਾਰਕਸ ਹੋਣਗੇ, ਕਿੰਨੇ ਕੁਐਸਚਨਸ ਹੋਣਗੇ ਅਤੇ ਕਿੰਨਾ ਸਮਾਂ ਮਿਲੇਗਾ ਸਾਨੂੰ ਪੇਪਰ ਨੂੰ ਕੰਪਲੀਟ ਕਰਨ ਦੇ ਲਈ। ਠੀਕ ਹੈ ਜੀ, ਸੋ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਇਸ ਪੇਪਰ ਦੇ ਵਿੱਚ ਟੋਟਲ ਜੋ ਮਾਰਕਸ ਨੇ ਉਹ ਹੈ ਕਿ 100 ਨੰਬਰ ਦਾ ਪੇਪਰ ਹੋਏਗਾ। 100 ਹੀ ਮਿੰਟਾਂ ਦਾ ਆਪਾਂ ਨੂੰ ਸਮਾਂ ਹੈ ਐਂਡ 100 ਹੀ ਕੁਐਸਚਨਸ ਹੋਣਗੇ। ਠੀਕ ਹੈ ਜੀ, ਔਰ ਇਸ ਪੇਪਰ ਦੇ ਵਿੱਚ ਟੋਟਲ 6 ਸਬਜੈਕਟਸ ਨੇ, 3 ਲੈਂਗੁਏਜਸ ਨੇ ਐਂਡ ਅਦਰ 3 ਸਬਜੈਕਟਸ ਨੇ। 3 ਲੈਂਗੁਏਜਸ ਨੇ ਪੰਜਾਬੀ, ਇੰਗਲਿਸ਼ ਐਂਡ ਹਿੰਦੀ, ਜੋ ਕਿ 15-15 ਮਾਰਕਸ ਦੇ ਨੇ। ਦੈਨ ਉਸ ਤੋਂ ਬਾਅਦ ਮੈਥਸ ਹੈ, ਸਾਇੰਸ ਹੈ ਅਤੇ SST ਹੈ। ਠੀਕ ਹੈ ਜੀ, ਹੁਣ ਆਪਾਂ ਇਹਨਾਂ ਨੂੰ ਡਿਸਕਸ਼ਨ ਕਰ ਲੈਂਦੇ ਹਾਂ। ਇਹਨਾਂ ਦੇ ਵਿੱਚ ਕਿਹੜੇ ਟੌਪਿਕਸ ਨੇ। ਸਭ ਤੋਂ ਪਹਿਲਾਂ ਆਪਾਂ ਪੰਜਾਬੀ ਦੀ ਗੱਲ ਕਰ ਲੈਂਦੇ ਹਾਂ। ਪੰਜਾਬੀ ਦੇ ਵਿੱਚ ਪੰਜਾਬੀ ਆਪਣੇ ਕੋਲ ਸਬਜੈਕਟ 15 ਨੰਬਰ ਦਾ ਆਏਗਾ। ਠੀਕ ਹੈ ਜੀ, ਔਰ ਇਸ ਦੇ ਵਿੱਚ 15 ਹੀ ਕੁਐਸਚਨਸ ਹੋਣਗੇ। ਸੋ ਜ਼ਿਆਦਾ ਤੁਸੀਂ ਦੇਖ ਸਕਦੇ ਹੋ, ਜ਼ਿਆਦਾ ਫੋਕਸ ਜਿਹੜਾ ਹੈਗਾ ਗ੍ਰਾਮਰ 'ਤੇ ਹੈ। ਪੰਜਾਬੀ ਭਾਸ਼ਾ ਅਤੇ ਉਪਭਾਸ਼ਾ ਬਾਰੇ ਪੜ੍ਹਨਾ ਹੈ। ਪੱਧਰ ਇਹਨਾਂ ਨੇ 12ਵੀਂ ਤੱਕ ਦਾ ਰੱਖਿਆ ਹੋਇਆ ਹੈ। ਠੀਕ ਹੈ ਜੀ, 12ਵੀਂ ਤੱਕ ਦੇ ਪੱਧਰ ਤੱਕ ਇਹਨਾਂ ਨੇ ਸਿਲੇਬਸ ਦਿੱਤਾ ਹੋਇਆ। ਵਿਸ਼ਰਾਮ ਚਿੰਨ੍ਹ, ਅੱਖ, ਅੰਡਿੱਠਾ, ਪੈਰਾ, ਮੁਹਾਵਰੇ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਵੀ ਹੈਗਾ। ਠੀਕ ਹੈ ਜੀ, ਗ੍ਰਾਮਰ ਵੀ ਹੈਗੀ ਹੈ ਅਤੇ ਦੂਜੇ ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ, ਭਾਸ਼ਾ ਅਤੇ ਉਪਭਾਸ਼ਾ ਵਾਲੇ ਟੌਪਿਕ ਵੀ ਨੇ। ਠੀਕ ਹੈ ਜੀ, ਇਹ ਜਿਹੜੀ ਹੈਗੀ ਤੁਸੀਂ ਇਹ ਸਾਰੇ ਟੌਪਿਕਸ ਤੁਹਾਨੂੰ +1 ਅਤੇ +2 ਦੀ ਜੋ ਪੰਜਾਬ ਬੋਰਡ ਦੀ NCERT ਦੀ ਬੁੱਕ ਹੈ ਉਸ ਦੇ ਵਿੱਚ ਟੌਪਿਕ ਸਾਰੇ ਮਿਲ ਜਾਣਗੇ ਤੁਹਾਨੂੰ, ਤੁਸੀਂ ਉੱਥੋਂ ਪ੍ਰਿਪੇਅਰ ਕਰ ਸਕਦੇ ਹੋ। ਠੀਕ ਹੈ ਜੀ, ਐਂਡ ਕਵੀਆਂ ਦੇ ਨਾਮ ਵੀ ਯਾਦ ਕਰ ਲਿਓ ਜਿਹੜਾ ਵੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦੇ ਵਿੱਚ ਹੋਣਗੇ। ਕਵਿਤਾਵਾਂ ਵੀ ਕਰਨੀਆਂ ਨੇ ਇਸ ਦੇ ਵਿੱਚ। ਠੀਕ ਹੈ ਜੀ, ਔਰ ਇੰਗਲਿਸ਼ ਵੀ ਆਪਣੇ ਕੋਲ 15 ਨੰਬਰ ਦੀ ਆਏਗੀ ਅਤੇ 15 ਹੀ ਕੁਐਸਚਨਸ ਹੋਣਗੇ। ਇੰਗਲਿਸ਼ ਦੇ ਵਿੱਚ ਆਪਣੇ ਕੋਲ ਟੋਟਲ 4 ਪਾਰਟਸ ਇਹਨਾਂ ਨੇ ਦਿੱਤੇ ਹੋਏ ਨੇ। ਫਸਟ ਪਾਰਟ ਦੇ ਵਿੱਚ ਇਹਨਾਂ ਨੇ ਇੱਕ ਅਨਸੀਨ ਪੈਸੇਜ ਦਿੱਤਾ ਹੋਇਆ। ਠੀਕ ਹੈ ਜੀ, ਇੱਕ ਪੈਰਾ ਹੋਏਗਾ, ਉਹਦੇ ਵਿੱਚੋਂ ਨੀਚੇ ਕੁਝ ਕੁਐਸਚਨਸ ਹੋਣਗੇ। ਕੁਐਸਚਨਸ ਤੁਸੀਂ ਰੀਡ ਕਰਨੇ ਨੇ ਧਿਆਨ ਨਾਲ ਅਤੇ ਪੈਰੇ ਦੇ ਵਿੱਚੋਂ ਆਨਸਰ ਉਹਨਾਂ ਦੇ ਫਾਈਂਡ ਆਊਟ ਕਰਨੇ ਨੇ। ਠੀਕ ਹੈ ਜੀ, ਦੈਨ ਉਸ ਤੋਂ ਬਾਅਦ ਇਹਨਾਂ ਨੇ ਗ੍ਰਾਮਰ ਦੇ ਵਿੱਚ ਕਾਫੀ ਚੀਜ਼ਾਂ ਦਿੱਤੀਆਂ ਹੋਈਆਂ ਨੇ। ਆਰਟੀਕਲਸ, ਪ੍ਰੈਪੋਜੀਸ਼ਨਸ, ਡਿਟਰਮੀਨਰਸ, ਕੰਜੰਕਸ਼ਨ, ਮੋਡਾਲਸ, ਐਰਰ ਕਰੈਕਸ਼ਨ, ਯੂਜ਼ ਆਫ ਟੈਂਸਿਸ, ਵੌਇਸ ਨਰੇਸ਼ਨ, ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ, ਕਲੌਸਿਸ, ਇਹ ਸਾਰਾ ਗ੍ਰਾਮਰ ਦਾ ਪਾਰਟ ਹੈ। ਦੈਨ ਉਸ ਤੋਂ ਬਾਅਦ ਵੋਕੈਬਲਰੀ ਦੇ ਵਿੱਚ 1 ਵਰਡ ਸਬਸਟੀਟਿਊਸ਼ਨ, ਐਂਟੋਨੀਅਮ, ਸਿਨੋਨੀਅਮ, ਈਡੀਅਮਸ, ਫਰੇਸਿਸ, ਟਰਾਂਸਲੇਸ਼ਨ ਵੀ ਆਏਗੀ ਪੰਜਾਬੀ ਤੋਂ ਇੰਗਲਿਸ਼ ਅਤੇ ਇੰਗਲਿਸ਼ ਤੋਂ ਹਿੰਦੀ। 2 ਨੰਬਰ ਦੀ ਆਪਣੇ ਕੋਲ ਇਸ ਦੇ ਵਿੱਚ ਟਰਾਂਸਲੇਸ਼ਨ ਆਏਗੀ। ਠੀਕ ਹੈ ਜੀ, ਸੋ ਇਹ ਸਾਰੇ ਟੌਪਿਕ ਤੁਹਾਨੂੰ 10th +1 ਅਤੇ +2 ਦੀ ਬੁੱਕ ਇਹਨਾਂ 'ਚੋਂ ਤੁਹਾਨੂੰ ਮਿਲ ਜਾਣਗੇ। ਠੀਕ ਹੈ ਜੀ, ਗ੍ਰਾਮਰ ਦੇ ਲਈ ਤੁਸੀਂ +2 ਦੀ ਬੁੱਕ ਲੈ ਸਕਦੇ ਹੋ। +2 ਦੀ ਬੁੱਕ ਦੇ ਵਿੱਚ ਤੁਹਾਨੂੰ ਸਾਰੇ ਇਹ ਟੌਪਿਕ ਮਿਲ ਜਾਣਗੇ। ਠੀਕ ਹੈ ਜੀ, ਕੰਪਰੀਹੈਂਸ਼ਨ, ਅਨਸੀਨ ਪੈਸੇਜ ਤਾਂ ਕੋਈ ਵੀ ਪੈਰਾ ਪਾ ਸਕਦੇ ਨੇ। ਠੀਕ ਹੈ ਜੀ, ਸੋ ਉਸ ਦੇ ਅਕੋਰਡਿੰਗ ਤੁਸੀਂ ਪੈਸੇਜਸ ਦੀ ਪ੍ਰੈਪਰੇਸ਼ਨ ਤੁਸੀਂ ਕਰ ਸਕਦੇ ਹੋ। ਪ੍ਰੀਵੀਅਸ ਜਿਹੜੇ ਪੈਸੇਜ ਨੇ ਜਾਂ ਫਿਰ ਜੋ PTET ਦੇ ਵਿੱਚ ਪੈਸੇਜਸ ਨੇ, CTET ਦੇ ਵਿੱਚ ਨੇ, ਉਹ ਤੁਸੀਂ ਇੱਕ ਵਾਰ ਪ੍ਰੈਕਟਿਸ ਕਰ ਸਕਦੇ ਹੋ। ਠੀਕ ਹੈ ਜੀ, ਦੈਨ ਉਸ ਤੋਂ ਬਾਅਦ ਆਪਣੇ ਕੋਲ ਹੈ ਹਿੰਦੀ ਵੀ ਆਪਣੇ ਕੋਲ 15 ਨੰਬਰ ਦੀ ਆਏਗੀ। ਔਰ ਇੱਕ ਹੋਰ ਚੀਜ਼ ਮੈਂ ਦੱਸਦਾ, ਇਸ ਪੇਪਰ ਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ। ਸੋ ਕੋਈ ਵੀ ਕੁਐਸਚਨ ਛੱਡ ਕੇ ਨਹੀਂ ਆਉਣਾ। 100 ਮਿੰਟ ਦਾ ਆਪਣੇ ਕੋਲ ਸਮਾਂ ਹੈ। ਸੋ ਪੇਪਰ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਹੈ, ਕਿਉਂਕਿ ਕਾਫੀ ਚਾਂਸਿਸ ਹੁੰਦੇ ਨੇ ਇਸ ਪੇਪਰ ਦੇ ਛੁੱਟਣ ਦੇ, ਕਿਉਂਕਿ ਫਿਰ ਮੈਥ ਨੂੰ ਸੋਲਵ ਕਰਨ ਦੇ ਵਿੱਚ ਥੋੜ੍ਹਾ ਟਾਈਮ ਲੱਗ ਜਾਂਦਾ ਅਤੇ ਸਾਇੰਸ ਨੂੰ ਥੋੜ੍ਹੇ ਕੰਸੈਪਚੁਅਲ ਕੁਐਸਚਨਸ ਹੁੰਦੇ ਨੇ। ਠੀਕ ਹੈ ਜੀ, ਮੈਥ ਅਤੇ ਸਾਇੰਸ ਦੀ ਤੁਸੀਂ ਚੰਗੀ ਤਰੀਕੇ ਨਾਲ ਤਿਆਰੀ ਕਰਨੀ ਹੈ, ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨੀ ਹੈ। ਦੈਨ ਉਸ ਤੋਂ ਬਾਅਦ ਹਿੰਦੀ ਦੇ ਵਿੱਚ ਭਾਸ਼ਾ ਲਿਪੀ, ਵਰਨ ਵਿਚਾਰ, ਸ਼ਬਦ ਵਿਚਾਰ, ਵਿਕਾਰੀ, ਅਵਿਕਾਰੀ ਸ਼ਬਦ, ਪ੍ਰਵਾਚੀ, ਤਤਸਮ, ਹੈ ਨਾ ਜੀ, ਤਦਭਵ, ਉਪਸਰਗ, ਇਹ ਸਾਰੀ ਚੀਜ਼ਾਂ ਤੁਸੀਂ ਗ੍ਰਾਮਰ ਦੇਖ ਸਕਦੇ ਹੋ। ਟੋਟਲੀ ਗ੍ਰਾਮਰ ਹੈ, 10th ਲੈਵਲ ਤੱਕ ਦੀ ਇਹਨਾਂ ਨੇ ਦੱਸੀ ਹੋਈ ਹੈ ਆਪਾਂ ਨੂੰ। 10th ਦੀ ਬੁੱਕ ਦੇ ਵਿੱਚ ਤੁਸੀਂ NCERT ਅਤੇ ਜੋ ਬੁੱਕਸ ਦੇ ਵਿੱਚੋਂ ਇਹ ਸਾਰੇ ਟੌਪਿਕ ਗ੍ਰਾਮਰ ਦੇ ਕਵਰ ਕਰ ਸਕਦੇ ਹੋ। ਦੈਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੈਥ ਦੇ ਵਿੱਚ ਕੁਐਸਚਨਸ ਈਜ਼ੀ ਵੀ ਆਉਂਦੇ ਨੇ ਅਤੇ ਡਿਫੀਕਲਟ ਵੀ ਆਉਂਦੇ ਨੇ। ਸੋ ਇਟਸ ਵੈਰੀ ਇੰਪੋਰਟੈਂਟ ਟੂ ਪ੍ਰੈਕਟਿਸ। ਠੀਕ ਹੈ ਜੀ, ਸੋ ਪ੍ਰੈਕਟਿਸ ਸਾਰਿਆਂ ਨੇ ਜ਼ਰੂਰ ਕਰਨੀ ਹੈ। ਮੈਥ ਦੀ ਇਹ ਸਾਰੇ ਟੌਪਿਕਸ ਤੁਹਾਨੂੰ 10th ਦੀ ਬੁੱਕ NCERT ਦੀ 9th ਅਤੇ 10th ਦੀ ਬੁੱਕ ਦੇ ਵਿੱਚ ਸਾਰੇ ਦੇ ਸਾਰੇ ਟੌਪਿਕਸ ਐਜ਼ ਇਟ ਇਜ਼ ਪਏ ਤੁਹਾਨੂੰ ਮਿਲਣਗੇ। ਉਸ ਦੇ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ। ਜਿਹੜੇ ਵੀ 9th ਅਤੇ 10th ਦੇ ਵਿੱਚ ਕੁਐਸਚਨਸ ਨੇ ਨਾ, ਉਹ ਜ਼ਰੂਰ ਇੱਕ ਵਾਰ ਡਿਸਕਸ ਕਰ ਲੈਣੇ ਨੇ। ਆਪਾਂ ਦੇਖ ਲੈਣੇ ਕਿਹੜੇ ਟੌਪਿਕਸ ਨੇ। ਇੱਕ ਤਾਂ ਹੈਗਾ ਸੰਖਿਆ ਪ੍ਰਣਾਲੀ, ਯਾਨੀ ਕਿ ਨੰਬਰ ਸਿਸਟਮ। ਵਾਸਤਵਿਕ ਸੰਖਿਆਵਾਂ ਨੇ, ਰੀਅਲ ਨੰਬਰਸ ਨੇ, ਬਹੁਪਦੀਆਂ ਨੇ, 2 ਚਲਾਂ ਵਾਲੇ ਰੇਖੀ ਸਮੀਕਰਨ, 2 ਘਾਤੀ ਸਮੀਕਰਨ, ਅੰਕ ਗਣਿਤਕ ਲੜੀਆਂ, ਯੂਕਲਿਡ ਜਮੈਤੀ, ਰੇਖਾਵਾਂ ਅਤੇ ਕੋਣ। ਠੀਕ ਹੈ ਜੀ, ਇਹ ਸਾਰੇ ਤੁਸੀਂ ਟੌਪਿਕਸ ਚੰਗੀ ਤਰੀਕੇ ਨਾਲ ਕਰਨੇ ਨੇ। ਪਹਿਲੇ ਟੌਪਿਕਸ ਕਰਿਓ, ਦੈਨ ਉਸ ਤੋਂ ਬਾਅਦ ਕੁਐਸਚਨਸ ਨੂੰ ਡਿਸਕਸ ਕਰਨਾ। ਤ੍ਰਿਭੁਜ, ਚਤੁਰਭੁਜ ਅਤੇ ਤ੍ਰਿਭੁਜਾਂ ਦੇ ਖੇਤਰਫਲ, ਨਿਰਦੇਸ਼ਾਂਕ ਜਮਾਇਤੀ, ਤਿਕੋਣਮਿਤੀ, ਰਚਨਾਵਾਂ, ਹੀਰੋ ਦਾ ਸੂਤਰ, ਇਹ ਤੁਸੀਂ ਤੁਹਾਡੇ ਧਿਆਨ ਦੇ ਵਿੱਚ ਵੀ ਆ ਰਹੇ ਹੋਣੇ, ਤੁਸੀਂ ਪੜ੍ਹੇ ਹੋਣਗੇ 10th ਦੇ ਵਿੱਚ। ਚੱਕਰ ਨਾਲ ਸੰਬੰਧਿਤ ਖੇਤਰਫਲ, ਅੰਕੜਾ ਵਿਗਿਆਨ। ਸੋ ਤਿਆਰੀ ਤੁਸੀਂ ਅੱਜ ਤੋਂ ਹੀ ਕਰ ਦਿਓ। ਇਸ ਪੇਪਰ ਦੀ ਤਿਆਰੀ ਕਰਨ ਦੇ ਲਈ 2 ਤੋਂ 2.5 ਜਿਹੜਾ ਹੈਗਾ ਹੈ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਸੋ ਤਿਆਰੀ ਆਪਣੀ ਅੱਜ ਤੋਂ ਹੀ ਸ਼ੁਰੂ ਕਰ ਦਿਓ। ਐਂਡ ਪਹਿਲਾਂ ਤੁਸੀਂ ਕਨਸੈਪਟ ਆਪਣੇ ਕਲੀਅਰ ਕਰਨੇ ਨੇ, ਦੈਨ ਉਸ ਤੋਂ ਬਾਅਦ ਤੁਸੀਂ ਕੁਐਸਚਨਸ ਨੂੰ ਪ੍ਰੈਕਟਿਸ ਕਰਨਾ ਹੈ। ਠੀਕ ਹੈ ਜੀ, ਦੈਨ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸਾਇੰਸ ਦੀ ਤਿਆਰੀ ਆਪਾਂ ਚੈਨਲ 'ਤੇ ਵੀ ਕਰ ਰਹੇ ਹਾਂ।
ठीक है जी। ਕੈਮਿਸਟਰੀ ਦੇ ਆਪਾਂ ਸਾਰੇ ਟੌਪਿਕਸ ਕਰ ਚੁੱਕੇ ਹਾਂ। ਹੁਣ ਆਪਾਂ ਫਿਜ਼ਿਕਸ ਦੇ ਟੌਪਿਕਸ ਸ਼ੁਰੂ ਕੀਤੇ ਹੋਏ ਨੇ। ਫਿਜ਼ਿਕਸ ਕੰਪਲੀਟ ਕਰਨ ਤੋਂ ਬਾਅਦ ਦੈਨ ਆਪਾਂ ਬਾਇਓਲੋਜੀ ਦੇ ਟੌਪਿਕਸ ਕੰਪਲੀਟ ਕਰਾਂਗੇ, ਠੀਕ ਹੈ ਜੀ। ਮੈਂ ਤੁਹਾਨੂੰ ਦੱਸ ਦਿੰਦੀ ਆਪਾਂ ਚੈਨਲ 'ਤੇ ਕਿਹੜੇ ਟੌਪਿਕਸ ਕੰਪਲੀਟ ਕਰ ਚੁੱਕੇ ਹਾਂ। ਹਾਂਜੀ, ਮੈਟਰ ਇਨ ਆਵਰ ਸਰਾਊਂਡਿੰਗ, ਐਟਮਸ ਐਂਡ ਮੋਲੀਕਿਊਲਸ, ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨ, ਐਸਿਡ ਬੇਸ, ਸਾਲਟ, ਮੈਟਲ ਐਂਡ ਨॉन ਮੈਟਲ, ਕਾਰਬਨ ਐਂਡ ਇਟਸ ਕੰਪਾਊਂਡਸ, ਇਹ ਸਾਰੇ ਕੈਮਿਸਟਰੀ ਦੇ ਟੌਪਿਕਸ ਨੇ। ਇਹ ਸਾਰੇ ਆਪਾਂ ਕਵਰ ਕਰ ਚੁੱਕੇ ਹਾਂ। ਇਹਨਾਂ 'ਤੇ ਵੀਡੀਓਜ਼ ਵੀ ਬਣ ਚੁੱਕੀਆਂ, ਤੁਸੀਂ ਦੇਖ ਸਕਦੇ ਹੋ ਚੈਨਲ 'ਤੇ, ਠੀਕ ਹੈ ਜੀ। ਹੁਣ ਆਪਾਂ ਮੋਸ਼ਨ ਵਾਲਾ ਚੈਪਟਰ ਕਰ ਚੁੱਕੇ ਹਾਂ। ਦੈਨ ਉਸ ਤੋਂ ਬਾਅਦ ਅੱਗੇ ਆਪਾਂ ਮੂਵ ਕਰਾਂਗੇ। ਇਹ ਸਾਰੇ ਫਿਜ਼ਿਕਸ ਦੇ ਟੌਪਿਕਸ ਨੇ, ਠੀਕ ਹੈ ਜੀ। ਇਹ ਸਾਰੇ ਫਿਜ਼ਿਕਸ ਦੇ ਟੌਪਿਕਸ ਨੇ। ਇਹ ਵੀ ਤੁਸੀਂ ਸਾਇੰਸ ਦੀ 10th ਦੀ ਜਿਹੜੀ ਬੁੱਕ ਹੈਗੀ ਹੈ ਨਾ, 9th 10th ਦੀ ਬੁੱਕਸ NCERT ਦੀਆਂ, ਉਹਨਾਂ ਦੇ ਵਿੱਚੋਂ ਸਾਰੇ ਟੌਪਿਕਸ ਆਪਣੇ ਕਵਰ ਕਰ ਸਕਦੇ ਹੋ। ਆਪਣੇ ਕਨਸੈਪਟਸ ਹਮੇਸ਼ਾ ਤੁਹਾਡੇ ਕਲੀਅਰ ਹੋਣੇ ਚਾਹੀਦੇ ਨੇ। ਕਨਸੈਪਟ ਕਲੀਅਰ ਕਰਨ ਤੋਂ ਬਾਅਦ ਹੀ ਕੁਐਸਚਨਸ ਵੱਲ ਮੂਵ ਕਰੋ, ਠੀਕ ਹੈ ਜੀ। ਇਹ ਸਾਰੇ ਬਾਇਓਲੋਜੀ ਦੇ ਨੇ, ਇਹ ਤੁਸੀਂ ਕਰਨੇ ਆ। ਇਹ ਵੀ ਸਾਰੇ ਬਾਇਓ ਦੇ ਟੌਪਿਕਸ ਨੇ ਜਿਹੜੇ ਤੁਸੀਂ ਕਰਨੇ ਹੈਗੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਸੋਸ਼ਲ ਸਾਇੰਸ ਵੀ ਆਪਣੇ ਕੋਲ 15 ਨੰਬਰ ਦੀ ਹੈਗੀ, ਸੋ ਧਿਆਨ ਦੇ ਵਿੱਚ ਰੱਖਿਓ। ਸਾਇੰਸ ਅਤੇ ਮੈਥ ਦੋਨੋਂ ਹੀ 20 ਮਾਰਕਸ ਦੇ ਨੇ। 20 ਕੁਐਸਚਨ ਆਉਣਗੇ ਤੁਹਾਡੇ ਕੋਲ ਸਾਇੰਸ ਦੇ ਮੈਥ ਦੇ, ਬਟ ਬਾਕੀ ਜਿਹੜੇ ਵੀ ਅਦਰ 4 ਸਬਜੈਕਟਸ ਨੇ ਉਹ 15 ਮਾਰਕਸ ਦੇ ਹੋਣਗੇ, ਅਤੇ 15 ਹੀ ਕੁਐਸਚਨ ਹੋਣਗੇ ਸਾਰਿਆਂ ਦੇ ਵਿੱਚ, ਠੀਕ ਹੈ ਜੀ। ਸੋਸ਼ਲ ਸਾਇੰਸ ਦਾ ਸਿਲੇਬਸ ਕਾਫੀ ਵਾਈਡ ਹੈ, ਸੋ ਇਸ ਦੀ ਵੀ ਪ੍ਰੈਪਰੇਸ਼ਨ ਤੁਹਾਨੂੰ ਚੰਗੀ ਤਰੀਕੇ ਨਾਲ ਕਰਨੀ ਹੈ। ਸੋਸ਼ਲ ਸਾਇੰਸ ਹਾਲਾਂਕਿ ਕਾਫੀ ਈਜ਼ੀ ਆਉਂਦੇ, ਬਟ ਫਿਰ ਵੀ ਪ੍ਰਪੇਅਰ ਕਰਨਾ ਇੰਪੋਰਟੈਂਟ ਹੈ, ਠੀਕ ਹੈ ਜੀ। ਸੋਸ਼ਲ ਸਾਇੰਸ ਦੇ ਵਿੱਚ ਆਪਣੇ ਕੋਲ ਭੂਗੋਲ ਦਾ ਸੈਕਸ਼ਨ ਹੈਗਾ ਇੱਕ। ਉਸ ਤੋਂ ਬਾਅਦ ਅਰਥ ਸ਼ਾਸਤਰ ਦਾ ਯਾਨੀ ਕਿ ਇਕਨੋਮਿਕਸ ਦਾ ਸੈਕਸ਼ਨ ਹੈ। ਦੈਨ ਉਸ ਤੋਂ ਬਾਅਦ ਆਪਣੇ ਕੋਲ ਹਿਸਟਰੀ ਇਤਿਹਾਸ ਦਾ ਸੈਕਸ਼ਨ ਹੈ। ਲਾਸਟ ਦੇ ਵਿੱਚ ਆਪਣੇ ਕੋਲ ਸਿਵਿਕਸ ਨਾਗਰਿਕ ਸ਼ਾਸਤਰ ਦਾ ਇੱਕ ਸੈਕਸ਼ਨ ਹੈ। ਸੋ ਆਪਣੇ ਕੋਲ ਸਾਇੰਸ ਨੂੰ SST ਨੂੰ 4 ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ। ਭੂਗੋਲ ਦੇ ਵਿੱਚ ਆਪਣੇ ਕੋਲ ਭਾਰਤਿਕ ਜਾਣ ਪਛਾਣ, ਧਰਾਤਲ, ਜਲਵਾਯੂ, ਕੁਦਰਤੀ ਬਨਸਪਤੀ, ਜੀਵ ਜੰਤੂ ਅਤੇ ਮਿੱਟੀ, ਭੂਮੀ ਦੀ ਵਰਤੋਂ, ਖਣਿਜ ਪਦਾਰਥ, ਸ਼ਕਤੀ ਸਾਧਨ ਅਤੇ ਜਨਸੰਖਿਆ, ਇਹ ਸਾਰੇ ਟੌਪਿਕਸ ਨੇ ਭੂਗੋਲ 'ਤੇ। ਦੈਨ ਉਸ ਤੋਂ ਬਾਅਦ ਆਪਣੇ ਕੋਲ ਹੈਗੇ ਨੇ ਅਰਥ ਸ਼ਾਸਤਰ ਦੇ, ਆਪਣੇ ਕੋਲ ਹੈਗੇ ਨੇ ਟੋਟਲ 4 ਟੌਪਿਕਸ ਨੇ, ਇਹ ਤੁਸੀਂ ਕਰ ਲੈਣੇ ਨੇ। ਇਤਿਹਾਸ ਦੇ ਵੀ ਆਪਣੇ ਕੋਲ ਦੇਖੋ 7-8 ਟੌਪਿਕ ਹੈਗੇ ਨੇ ਜਿਹੜੇ ਤੁਸੀਂ ਕਰ ਲੈਣੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਗੁਰੂ ਸਾਰੇ, ਉਹਨਾਂ ਬਾਰੇ ਹਿਸਟਰੀ ਪੜ੍ਹਨੀ ਹੈ। ਬੰਦਾ ਸਿੰਘ ਬਹਾਦਰ, ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ, ਆਜ਼ਾਦੀ ਦੇ ਬਾਅਦ ਸੰਘਰਸ਼, ਠੀਕ ਹੈ ਜੀ। ਉਸ ਤੋਂ ਬਾਅਦ ਨਾਗਰਿਕ ਸ਼ਾਸਤਰ ਵੀ ਕਾਫੀ ਇੰਪੋਰਟੈਂਟ ਹੈ। ਲੋਕਤੰਤਰ ਹੋ ਗਏ, ਮੌਲਿਕ ਅਧਿਕਾਰ ਹੋ ਗਏ, ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾਵਾਂ, ਸੈਂਟਰਲ ਗਵਰਨਮੈਂਟ, ਸਟੇਟ ਗਵਰਨਮੈਂਟਸ। ਉਸ ਤੋਂ ਬਾਅਦ ਭਾਰਤੀ ਲੋਕਤੰਤਰ ਦਾ ਸਰੂਪ, ਨੀਤੀਆਂ, ਸੰਯੁਕਤ ਰਾਸ਼ਟਰ, ਇਹ ਸਾਰਾ ਪੱਧਰ 10ਵੀਂ ਤੱਕ ਦਾ, 10th ਲੈਵਲ ਤੱਕ ਹੀ ਸਾਰੇ ਆਉਣੇ ਨੇ, ਠੀਕ ਹੈ ਜੀ। ਸੋ ਤੁਹਾਨੂੰ ਅਲੱਗ-ਅਲੱਗ ਸੈਕਸ਼ਨ ਦੇ ਵਿੱਚ ਜਿਹੜੇ ਪੱਧਰ ਦੱਸੇ ਹੋਏ ਨੇ ਉਸ ਦੇ ਅਕੋਰਡਿੰਗ ਨੀਚੇ ਲਿਖਿਆ ਹੋਇਆ 10ਵੀਂ ਪੱਧਰ, 12ਵੀਂ ਪੱਧਰ। ਸੋ ਉਸ ਦੇ ਅਕੋਰਡਿੰਗ ਜਿਹੜੀ ਹੈਗੀ ਤੁਸੀਂ ਆਪਣੀ ਤਿਆਰੀ ਕਰ ਲਈ ਹੈ, ਤਿਆਰੀ ਹੋਣੇ ਤੋਂ ਸ਼ੁਰੂ ਕਰ ਸਕਦੇ ਹੋ। ਸੋ ਪ੍ਰੈਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਿਲੇਬਸ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਲੇਬਸ ਹਮੇਸ਼ਾ ਆਪਣੇ ਧਿਆਨ ਦੇ ਵਿੱਚ ਰੱਖੋ, ਇੱਧਰ ਉੱਧਰ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਹੈਗੀ। ਹਮੇਸ਼ਾ ਸਿਲੇਬਸ ਆਪਣੇ ਸਾਹਮਣੇ ਰੱਖੋ ਅਤੇ ਆਪਣੀ ਪ੍ਰੈਪਰੇਸ਼ਨ ਨੂੰ ਜਾਰੀ ਰੱਖੋ, ਠੀਕ ਹੈ ਜੀ। ਸੋ 2 ਤੋਂ 3 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਪ੍ਰੈਪਰੇਸ਼ਨ ਕਰਨ ਦੇ, ਕਿਉਂਕਿ ਕਾਫੀ ਜ਼ਿਆਦਾ ਸਿਲੇਬਸ ਹੈ, ਕਾਫੀ ਸਬਜੈਕਟਸ ਨੇ, ਠੀਕ ਹੈ ਜੀ। ਸੋ ਧਿਆਨ ਦੇ ਨਾਲ ਪੜ੍ਹਨੇ ਨੇ, ਸਾਰਿਆਂ ਨੂੰ ਪਤਾ 10th ਲੈਵਲ ਦੇ ਵਿੱਚ ਤੁਸੀਂ ਕਿਵੇਂ ਪੜ੍ਹੇ ਹੋ, ਠੀਕ ਹੈ ਜੀ। ਸੋ ਹੁਣ ਚੰਗੀ ਤਰ੍ਹਾਂ ਆਪਣੀ ਤਿਆਰੀ ਕਰਨੀ ਹੈ। ਨੋਰਮਲਾਈਜੇਸ਼ਨ ਟੈਸਟ ਹੈ, ਮੈਰਿਟ ਲਿਸਟ ਬਣੇਗੀ, PTET ਦੇ ਵਾਂਗੂ ਨਹੀਂ ਹੈਗਾ ਵੀ ਜੀ 90 ਮਾਰਕਸ ਆ ਗਏ ਅਤੇ ਤੁਹਾਡਾ ਕਲੀਅਰ ਹੋ ਗਿਆ, ਠੀਕ ਹੈ ਜੀ। ਇਸ ਤਰੀਕੇ ਦਾ ਕੁਛ ਨਹੀਂ ਹੈਗਾ, ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ। ਸੋ ਇਸ ਕਰਕੇ ਤੁਸੀਂ ਸਾਰੇ 100 ਦੇ 100 ਕੁਐਸਚਨਸ ਹੀ ਸੋਲਵ ਕਰਕੇ ਆਉਣੇ ਨੇ। ਕੁਐਸਚਨਸ MCQs ਹੋਣਗੇ, ਠੀਕ ਹੈ ਜੀ। 4 ਆਪਸ਼ਨਸ ਫਾਈਂਡ ਆਊਟ ਕਰਨੀਆਂ ਹੋਣਗੀਆਂ। ਸੋ ਆਲ ਦਾ ਬੈਸਟ ਐਂਡ ਥੈਂਕ ਯੂ ਸੋ ਮਚ।